ਪਿਆਰੇ ਵਿਦਿਆਰਥੀਓ ਅਤੇ ਅਧਿਆਪਕ ਸਾਥੀਓ, ਸਤਿ ਸ੍ਰੀ ਅਕਾਲ। ਅੱਜ ਅਸੀਂ ਇਸ ਵੀਡੀਓ ਵਿੱਚ 6ਵੀਂ ਕਲਾਸ ਦਾ ਮੈਥ ਦਾ ਟੈਸਟ ਹੱਲ ਕਰਾਂਗੇ, ਜੋ 11 ਨਵੰਬਰ 2020 ਨੂੰ ਹੋਇਆ ਹੈ, ਤਾਂ ਜੋ ਤੁਹਾਨੂੰ ਇਸ ਦੇ ਸਹੀ ਉੱਤਰਾਂ ਦਾ ਪਤਾ ਲੱਗ ਸਕੇ ਤੇ ਤੁਸੀਂ ਇਸ ਵਿੱਚ ਤੁਹਾਡੇ ਕਿੰਨੇ ਅੰਕ ਬਣਦੇ ਹਨ ਉਸ ਬਾਰੇ ਤੁਹਾਨੂੰ ਪਤਾ ਚੱਲ ਸਕੇ। ਇਸ ਕਰਕੇ ਇਸ ਵੀਡੀਓ ਨੂੰ ਪੂਰੇ ਧਿਆਨ ਨਾਲ ਦੇਖਣਾ। ਜਿਹੜੇ ਬੱਚਿਆਂ ਜਾਂ ਅਧਿਆਪਕਾਂ ਨੇ ਅਜੇ ਤੱਕ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ, ਤਾਂ ਜੋ ਤੁਹਾਨੂੰ ਸਮੇਂ-ਸਮੇਂ ਦੇ ਸਿੱਖਿਆ ਨਾਲ ਸੰਬੰਧਿਤ ਜਾਂ ਪੇਪਰਾਂ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਆ ਉਹ ਮਿਲਦੀ ਰਹੇ। ਬੱਚੋ, ਸਾਡੇ ਕੋਲ ਪਹਿਲਾ ਪ੍ਰਸ਼ਨ ਹੈ, ਸੰਖਿਆ 0 ਦਾ ਪਿਛੇਤਰ ਕੀ ਹੋਵੇਗਾ? ਪ੍ਰੀਡੈਸਰ ਆਫ 0। ਤਾਂ ਬੱਚੋ ਕੀ ਹੁੰਦਾ -1, ਤਾਂ ਜਾਣੀ ਕਿ -1 ਇਸ ਦਾ ਉੱਤਰ ਹੈ। ਇਹ ਦੇਖੋ ਸਾਡੇ ਕੋਲ 0 ਹੈ, ਇਹ ਇਧਰ 1 ਹੁੰਦਾ ਸਾਡੇ ਕੋਲ, ਤੇ ਇਹਦਾ ਪਿਛੇਤਰ ਕਿੰਨਾ ਹੁੰਦਾ ਗਾ? -1। ਠੀਕ ਹੈ ਬੱਚਿਓ, ਤਾਂ -1 ਪਹਿਲੇ ਪ੍ਰਸ਼ਨ ਦਾ ਸਹੀ ਉੱਤਰ ਸੀ। ਬੱਚੋ, ਸਾਡੇ ਕੋਲ ਦੂਸਰਾ ਪ੍ਰਸ਼ਨ ਹੈ, ਰਸ਼ਮੀ ਨੇ ਸੋਮਵਾਰ ਨੂੰ ਆਪਣੇ ਬੈਂਕ ਖਾਤੇ ਵਿੱਚ 4370 ਰੁਪਏ ਜਮ੍ਹਾਂ ਕਰਵਾਏ। ਉਸਨੇ ਮੰਗਲਵਾਰ ਨੂੰ 2875 ਰੁਪਏ ਕਢਵਾ ਲਏ। ਫਿਰ ਉਸਨੇ 1550 ਰੁਪਏ ਜਮ੍ਹਾਂ ਕਰਵਾਈ। ਹੁਣ ਉਸਦੇ ਖਾਤੇ ਵਿੱਚ, ਜਾਣੀ ਕਿ ਵੀਰਵਾਰ ਨੂੰ ਉਸਦੇ ਖਾਤੇ ਵਿੱਚ ਕਿੰਨੇ ਰੁਪਏ ਸਨ? ਤਾਂ ਬੱਚਿਓ, ਪਹਿਲਾਂ ਉਸਦੇ ਵਿੱਚ ਕਿੰਨੇ ਜਮ੍ਹਾਂ ਕਰਵਾਏ ਆ? 4370। ਤਾਂ ਕਿੰਨੇ ਕਢਵਾਏ ਆ? 2875। ਤਾਂ ਤੁਸੀਂ ਇਹਦੇ ਵਿੱਚੋਂ 2875 ਜਿਹੜੇ ਹੈਗੇ ਉਹ ਮਾਈਨਸ ਕਰ ਦੇਣੇ ਹਨ। ਇੱਥੇ ਸਾਡੇ ਕੋਲ 5 ਆ ਗਿਆ, ਅੱਗੇ ਸਾਡੇ ਕੋਲ 16 ਬਣ ਜਾਣੇ ਹਨ। 16 ਦੇ 7 ਕੱਢੇ 9, ਇੱਥੇ 2, ਇੱਕ ਸਾਡੇ 12, 12 ਚੋਂ 8 ਕੱਢੇ 4, ਇੱਥੇ ਰਹਿ ਗਏ 3, 3 ਚੋਂ 2 ਕੱਢੇ ਬੱਚਿਓ, ਜਾਣੀ ਕਿ 1495। ਫਿਰ ਉਸਨੇ ਅਗਲੇ ਦਿਨ 1550 ਰੁਪਏ ਜਮ੍ਹਾਂ ਕਰਵਾ ਦਿੱਤੇ ਹਨ। ਫਿਰ ਤੁਸੀਂ ਇਹ 1550 ਦੇ ਵਿੱਚ ਜੋੜਨੇ ਸਨ। 5, 9 ਤੇ 5 14, 9 ਤੇ 10 3, ਜਾਣੀ ਕਿ 3045 ਰੁਪਏ ਵੀਰਵਾਰ ਨੂੰ ਉਸਦੇ ਖਾਤੇ ਵਿੱਚ ਸਨ। ਤਾਂ ਇਸ ਦਾ ਉੱਤਰ ਹੈ 3045 ਰੁਪਏ। ਬੱਚੋ, ਸਾਡੇ ਕੋਲ ਤੀਸਰਾ ਪ੍ਰਸ਼ਨ ਹੈ, ਦਸ਼ਮਲਵ ਸੰਖਿਆ 5.0378 ਵਿੱਚ ਅੰਕ 7 ਦਾ ਸਥਾਨਕ ਮੁੱਲ ਕੀ ਹੈ? ਜਾਣੀ ਕਿ ਅਸੀਂ ਦੱਸਣਾ ਹੈ ਵੀ 7 ਦੀ ਪਲੇਸ ਵੈਲਿਊ ਸਥਾਨਕ ਮੁੱਲ ਕਿੰਨਾ ਹੈ। ਬੱਚੋ ਕੀ ਹੈ, ਦੇਖੋ ਇਹ ਸਾਡੇ ਕੋਲ 10ਵਾਂ, ਇਹ 100ਵਾਂ, ਇਹ 1000ਵਾਂ ਹੁੰਦਾ ਹੈ, ਜਾਣੀ ਕਿ 7/1000 ਹੋਣਾ ਚਾਹੀਦਾ ਹੈ। ਤਾਂ ਬੱਚੋ ਦੇਖਦੇ ਹਾਂ ਆਪਾਂ ਕਿਹੜੇ ਆਪਸ਼ਨ ਵਿੱਚ ਹੈ ਇਹ। ਤਾਂ ਇਹ ਸਾਡੇ ਕੋਲ ਹੈ ਆਪਸ਼ਨ ਨੰਬਰ 4 ਦੇ ਵਿੱਚ। ਤਾਂ ਆਪਸ਼ਨ ਨੰਬਰ 4 ਇਸ ਪ੍ਰਸ਼ਨ ਦਾ ਸਹੀ ਉੱਤਰ। ਸਾਡੇ ਕੋਲ ਚੌਥਾ ਪ੍ਰਸ਼ਨ ਹੈ, ਹੇਠਾਂ ਦਰਸਾਏ ਆਕਾਰ ਵਿੱਚ ਕਿੰਨੇ ਸਿਖਰ ਹਨ? ਜਾਣੀ ਕਿ ਕਿੰਨੇ ਵਰਟੈਕਸ ਹਨ? ਸਿਖਰ ਬੱਚੋ, ਸਾਡੇ ਕੋਲ ਸਿਖਰ ਕਿਹੜੇ ਹੁੰਦੇ ਆ? ਜਿੱਥੇ ਦੋ ਰੇਖਾਵਾਂ ਕੱਟਦੀਆਂ, ਇਸ ਨੂੰ ਬੋਲਦੇ ਆਗੇ ਸਿਖਰ ਵਰਟੈਕਸ। ਠੀਕ ਹੈ ਬੱਚੋ, ਕਿੰਨੇ ਆ? 1 2 3 4, ਇੱਕ ਆ ਮਗਰ 5। ਤਾਂ ਆਪਸ਼ਨ 5, ਜਾਣੀ ਕਿ ਜੋ ਆਪਸ਼ਨ ਨੰਬਰ 2 ਦੇ ਵਿੱਚ 5 ਉੱਤਰ ਹੈ, ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਬੱਚੋ, ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ, ਕਿਹੜਾ ਬਿੰਦੂ ਦਿੱਤੀ ਵਕਰ ਦੇ ਅੰਦਰਲੇ ਭਾਗ ਵਿੱਚ ਸਥਿਤ ਹੈ? ਠੀਕ ਹੈ ਬੱਚੋ, ਲਾਈ ਇਨਸਾਈਡ, ਜਾਣੀ ਕਿ ਇਨਸਾਈਡ। ਦੇਖੋ ਇਹ ਸਾਡੇ ਕੋਲ ਡਾਇਗਰਾਮ ਹੈ, ਤਾਂ ਇਨਸਾਈਡ ਕਿਹੜਾ ਹੈ? ਅੰਦਰਲਾ ਭਾਗ ਕਿਹੜਾ? ਬਿੰਦੂ P। ਤਾਂ ਇਸ ਕਰਕੇ ਬੱਚੋ P ਆਪਸ਼ਨ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਤਾਂ P ਕਿਹੜੇ ਆਪਸ਼ਨ ਹੈ ਬੱਚੋ? ਤੀਜੇ ਆਪਸ਼ਨ ਦੇ ਵਿੱਚ। ਇਸ ਕਰਕੇ P ਵਾਲਾ ਜਿਹੜਾ ਇਸ ਦਾ ਉੱਤਰ ਉਹ ਸਹੀ ਹੈ। ਬੱਚੋ, ਸਾਡੇ ਕੋਲ ਅਗਲਾ ਪ੍ਰਸ਼ਨ ਹੈ 6ਵਾਂ, ਸਵੇਰੇ ਤਾਪਮਾਨ ਕਿੰਨਾ ਸਾਡੇ ਕੋਲ ਬੱਚਿਓ? 5 ਡਿਗਰੀ। ਸ਼ਾਮ ਤੱਕ ਤਾਪਮਾਨ 15 ਡਿਗਰੀ ਹੋਰ ਘਟ ਗਿਆ, ਜਾਣੀ ਕਿ ਹੋਰ ਘਟ ਗਿਆ। ਤਾਂ ਬੱਚੋ ਤੁਸੀਂ ਇਹਦੇ ਵਿੱਚੋਂ 15 ਡਿਗਰੀ ਘਟਾਓ ਕਰ ਦੇਣਾ ਹੈ। ਬੱਚੋ ਕਿੰਨਾ ਜਾਵੇਗਾ? -10, ਜਾਣੀ ਕਿ ਘਟਾਓ 10 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਬੱਚੋ, ਸ਼ਾਮ ਦਾ ਤਾਪਮਾਨ ਸੀ ਉਹ ਕੀ ਸੀਗਾ? -10 ਡਿਗਰੀ। ਬੱਚੋ, ਸਾਡੇ ਕੋਲ 7ਵਾਂ ਪ੍ਰਸ਼ਨ ਹੈ, ਹੇਠਾਂ ਦਿੱਤੀਆਂ ਭਿੰਨਾਂ ਵਿੱਚੋਂ ਕਿਹੜੀਆਂ ਸਮਾਨ ਭਿੰਨਾਂ ਹਨ? ਬੱਚੋ ਇਸ ਦਾ ਸਮਾਨ ਭਿੰਨਾਂ ਜਾਣੀ ਕਿ ਲਾਈਕ ਫ੍ਰੈਕਸ਼ਨਸ। ਲਾਈਕ ਫ੍ਰੈਕਸ਼ਨ ਕਿਹੜੀਆਂ ਹੁੰਦੀਆਂ ਬੱਚਿਓ? ਜਿਨ੍ਹਾਂ ਦਾ ਹਰ, ਜਾਂ ਜਿਹਨੂੰ ਆਪਾਂ ਬੋਲ ਦਿਆਂਗੇ ਡਿਨੋਮੀਨੇਟਰ, ਸੇਮ ਹੋਵੇ, ਜਾਣੀ ਕਿ ਇੱਕੋ ਹੋਵੇ। ਦੇਖੋ ਇਹਦਾ ਬੱਚੋ ਹਰ ਕੀ ਅਲੱਗ-ਅਲੱਗ ਹੈ, ਨਹੀਂ ਹੋ ਸਕਦਾ। ਹੁਣ ਇਹਦਾ ਹਰ ਬੱਚੇ ਸਾਰਿਆਂ ਦਾ ਕੀ ਹੈ? ਸੇਮ ਹੈ, 11 ਹੈ। ਤਾਂ ਇਸ ਕਰਕੇ ਇਹ ਆਪਸ਼ਨ। ਤਾਂ ਬੱਚੋ ਕਿਹੜੇ ਆਪਸ਼ਨ ਵਿੱਚ ਹੈ? ਆਪਸ਼ਨ ਨੰਬਰ 2 ਦੇ ਵਿੱਚ ਸਾਡੇ ਕੋਲ ਹੈ। ਆਪਸ਼ਨ ਨੰਬਰ 2 ਬੱਚੋ ਇਹਦਾ ਕੀ ਹੈ? ਸਹੀ ਉੱਤਰ ਹੈ,
क्योंकि अगे किसी भी ऑप्शन के जिहड़ा ये नहीं हैगा। तो इस करके इस प्रश्न का जो उत्तर है वो है ऑप्शन नंबर 2। ठीक है बच्चों। ਸਾਡੇ ਬੱਚਿਓ 8ਵਾਂ ਪ੍ਰਸ਼ਨ ਹੈ ਸੋਹਣ ਦੀ ਕਮੀਜ਼ ਉੱਪਰ 9 ਬਟਨ ਲੱਗੇ ਹੋਏ ਹਨ। ਉਹਨਾਂ ਵਿੱਚੋਂ 3 ਬਟਨ ਡਿੱਗ ਗਏ। ਸੋਹਣ ਦੀ ਕਮੀਜ਼ ਤੋਂ ਡਿੱਗੇ ਹੋਏ ਬਟਨਾਂ ਦੀ ਭਿੰਨ ਪਤਾ ਕਰੋ। ਠੀਕ ਹੈ ਬੱਚਿਓ, ਜੋ ਬਟਨ ਡਿੱਗ ਪਏ ਆ, ਠੀਕ ਹੈ ਨਾ, ਫੈਲ ਹੋ ਗਏ ਆ, ਉਹਦੀ ਅਸੀਂ ਜਿਹੜੀ ਫ੍ਰੈਕਸ਼ਨ ਹੈਗੀ ਉਹ ਪਤਾ ਕਰਨੀ ਹੈ। ਬੱਚਿਓ ਜਿਹਦੀ ਅਸੀਂ ਫ੍ਰੈਕਸ਼ਨ ਪਤਾ ਕਰਨੀ ਹੁੰਦੀ ਹੈ, ਭਿੰਨ ਪਤਾ ਕਰਨੀ ਹੁੰਦੀ ਹੈ, ਉਹ ਵੈਲਿਊ ਉੱਪਰ ਥੱਲੇ ਕੁੱਲ ਵੈਲਿਊ। ਤਾਂ ਕੁੱਲ ਵੈਲਿਊ ਬੱਚੇ ਬਟਨ ਕਿੰਨੇ ਆ 9, ਡਿੱਗੇ ਕਿੰਨੇ ਆ 3। ਬੱਚਿਓ ਦੋਨਾਂ ਵਿੱਚ ਕੀ ਹੈ ਸਾਡੇ ਕੋਲ, ਦੋਨਾਂ ਵਿੱਚੋਂ ਅਸੀਂ 3 ਤੇ ਇਸ ਨੂੰ ਕੱਟ ਸਕਦੇ ਹਾਂ। ਜਿਸ ਤਰ੍ਹਾਂ ਸਾਡੇ ਕੋਲ ਅਸੀਂ ਜੇ ਕਹਿੰਦੇ ਗੁਣਨਖੰਡ ਬਣਾ ਲਈਏ 3 ਗੁਣਾ 1, ਇਹ ਬਣ ਗਿਆ 3 ਗੁਣਾ 3, 3 ਨਾਲ 3 ਕੱਟੇ ਗਏ ਤਾਂ ਬੱਚਿਓ 1/3, ਤਾਂ 1 ਇਹਨਾਂ ਦੀ ਭਿੰਨ ਹੋਵੇਗੀ। ਤਾਂ ਬੱਚਿਓ ਆਪਾਂ ਦੇਖਦੇ ਹਾਂ ਕਿਹੜੇ ਆਪਸ਼ਨ ਵਿੱਚ ਹੈ, ਉਹ ਸਾਡੇ ਕੋਲ ਹੈ ਆਪਸ਼ਨ ਨੰਬਰ 3। ਤਾਂ ਆਪਸ਼ਨ ਨੰਬਰ 3 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ, ਕਿਉਂਕਿ ਇਹਦੇ ਵਿੱਚ 1/3 ਫ੍ਰੈਕਸ਼ਨ ਭਿੰਨ ਹੈ। ਬੱਚੇ ਸਾਡੇ ਕੋਲ ਨਵਾਂ ਪ੍ਰਸ਼ਨ ਹੈ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਦਿੱਤੇ ਚਿੱਤਰ ਨੂੰ ਦਰਸਾਉਂਦਾ ਹੈ। ਤਾਂ ਬੱਚੇ ਸਾਡੇ ਕੋਲ ਕੋਈ ਚਿੱਤਰ ਹੈ, ਫਿਗਰ ਹੈ, ਅਸੀਂ ਦੱਸਣਾ ਵੀ ਇਹ ਕਿਸ ਚੀਜ਼ ਨੂੰ ਦਰਸਾਉਂਦੀ ਹੈ। ਇਹ ਰੇਖਾਖੰਡ ਨੂੰ, ਰੇਖਾ ਨੂੰ, ਕੋਣ ਨੂੰ ਜਾਂ ਕਿਰਨ ਨੂੰ। ਤਾਂ ਬੱਚੋ ਅਸੀਂ ਇਹਦੇ 'ਚ ਕੀ ਦੇਖਿਆ ਵੀ ਇਹ ਦੇਖੋ ਇੱਕ ਸਾਈਡ ਤੋਂ ਹੈ, ਸਿਰਫ ਇੱਕ ਸਾਈਡ ਵੱਲ ਜਿਹੜੀ ਕਿ ਜਾ ਰਹੀ ਹੈ, ਇੱਥੋਂ ਇਹ ਸ਼ੁਰੂ ਹੋ ਰਹੀ ਹੈ ਤੇ ਐਂਡ ਕਿਤੇ ਵੀ ਨਹੀਂ ਹੋ ਰਹੀ। ਠੀਕ ਹੈ, ਤਾਂ ਫਿਰ ਇਹ ਕਿ ਸਾਡੇ ਕੋਲ ਕਿਰਨ ਹੈ, ਰੇ ਹੈ। ਕਿਹੜੀ ਕਿਰਨ ਹੈ ਬੱਚਿਓ, ਇਹ ਵੀ ਕਿਰਨ ਹੈ। ਇਸ ਕਰਕੇ किरण ऑप्शन इस प्रश्न का सही उत्तर है। बच्चों सारे को 10वां प्रश्न है चिन्हित कोण का नाम की है। व्हाट इज द नेम ऑफ मार्केड एंगल। तो बच्चों ये साडे कोले मार्केड एंगल है। तो सानू पता है भी इस कोण नूं 3 अखरां लिखदा, देखो की आ गया ई फिर ए फिर एफ, यानी किहड़ा कोण होगा बच्चों ई ए एफ। ये साडे कोल कोण आगा वो बन गया। बच्चों ਆਪਾਂ देखते हैं भी किहड़े ऑप्शन ਦੇ ਵਿੱਚ तो बच्चे देखते हैं अपना आधा ऑप्शन की है, किहड़े ऑप्शन च है। पहले च बी ए एफ है, ई ए डी है, ਅਸੀਂ देखना ई ए एफ। तो बच्चे जो ई ओ एफ है ये ऑप्शन नंबर 3 ਦੇ ਵਿੱਚ है। तो ऑप्शन नंबर 3 इस प्रश्न का सही उत्तर है। बच्चे सारे 11वां प्रश्न है ਹੇਠਾਂ ਦਿੱਤੇ ਚਿੱਤਰ ਵਿੱਚ पीओ ਕੀ ਦਰਸਾਉਂਦਾ है। पीओ ਦੱਸਣਾ ਵੀ की रिप्रेजेंट कर। देखो बच्चों साडे कोल O है, ये साडे कोले P है। तो दसना भी ये रेखा की दर्शाउंदी है। बच्चों ये चक्कर का की है, केंद्र है, ये उसका परिमाप है। तो केंद्र तो लैके परिमाप तक जो दूरी होंगी है असीं उसनूं की बोलते हैं अर्ध व्यास, यानी कि रेडियस। ठीक है बच्चों, तो इसका उत्तर की है अर्ध व्यास रेडियस। बच्चों आप देखते हैं भी ये किहड़े ऑप्शन दे विच ये हैगा। बच्चों ये साडे कोल सीगा पहले ऑप्शन दे विच। तो पहला ऑप्शन अर्ध व्यास इस प्रश्न का सही उत्तर है। मेरे को 12वां प्रश्न है हेठां दिते चित्र विच डिग्री विच कोण दा माप की है। जान के दसना भी किन्ने कोण या कोण दा माप है किन्ने डिग्री है। ठीक है, ठीक है, किन्ने डिग्री का एंगल है। बच्चों देखो साडे कोल एक रेखा सानू इधर दसी है, एक रेखा देखो ये है। ठीक है, एक रेखा देखो साडे कोल इस तरह कोण बनया है, ये रेखा है, एक ये रेखा है। तो असीं आह कोण मापना बच्चों इधरला। ठीक है, ये कोण दसना ना कि असीं ये, क्योंकि ये कोण असीं किन्ने दा बनना। देखो 0 डिग्री बच्चों इधरों इधर कित्ते आ 140 ਅਤੇ 150 ਦੇ ਵਿਚਕਾਰ। तो किन्ना हो गया 145 डिग्री। इस करके ऑप्शन नंबर 3 145 वाला इसका सही उत्तर है। बच्चों सारे को 13वां प्रश्न है एक बॉक्स की लंबाई 75 सेंटीमीटर 85 सेंटीमीटर ते 95 सेंटीमीटर, यानी कि बॉक्स की जो लेंथ है वो 75 सेंटीमीटर 85 सेंटीमीटर ते 95 सेंटीमीटर है। एक लंबी ਵੱਧ ਤੋਂ ਵੱਧ ਲੰਬੀ ਟੇਪ ਦੀ ਲੰਬਾਈ ਕਿੰਨੀ ਹੋਵੇਗੀ ਜੋ ਤਿੰਨੇ ਦਿਸ਼ਾਵਾਂ ਨੂੰ ਪੂਰਾ ਪੂਰਾ ਮਾਪ ਸਕੇ। ਤਾਂ ਬੱਚਿਓ ਅਸੀਂ ਇੱਕ ਤਰ੍ਹਾਂ ਅਸੀਂ ਟੇਪ ਲੈਣੀ ਹੈ, ਉਹ ਕਿੰਨੇ ਲੰਬਾਈ ਦੀ ਹੋਵੇ ਤਾਂ ਕਿ ਅਸੀਂ ਉਸ ਟੇਪ ਨਾਲ ਜਿਹੜੀ ਸਾਰੀਆਂ ਤਿੰਨੇ ਲੰਬਾਈਆਂ ਗੀਆਂ ਲੰਬਾਈ ਚੜਾਈ ਉਚਾਈ ਨੂੰ ਪੂਰਾ ਪੂਰਾ ਜਿਹੜਾ ਅਸੀਂ ਉਹ ਮਾਪ ਸਕੀਏ। ਜਾਣੀ ਕਿ ਟੇਪ ਘਟੇ ਨਾ ਵਧੇ, ਜਾਣੀ ਕਿ ਪੂਰੇ ਪੂਰੇ ਉਹਦੇ ਮਤਲਬ ਹਿੱਸਿਆਂ ਨੂੰ ਉਹ ਵੰਡ ਦੇਵੇ। ਤਾਂ ਬੱਚਿਓ ਇਹਦੇ ਵਿੱਚ ਅਸੀਂ ਕੀ ਪਤਾ ਕਰਨਾ ਹੈ 75 85 ਅਤੇ 95 ਦਾ ਮਹੱਤਵ ਸਮਾਂ
ਵਰਤਕ ਜਾਣੀ ਕਿ HCF। ਤਾਂ ਬੱਚਿਓ ਉਹ ਸਾਡੇ ਕੋਲ ਕਿੰਨਾ ਆ ਜਾਵੇਗਾ, ਉਹ ਸਾਡੇ ਕੋਲੇ 5 ਆ ਜਾਵੇਗਾ, ਕਿਉਂਕਿ 15 5 75, 17 5 85 ਤੇ 19 5 ਵਿੱਚੋਂ ਕਿੰਨੇ ਹੁੰਦੇ ਹੈਗੇ 95। ਇਹ 75 ਦੇ ਸਾਡੇ ਗੁਣਨਖੰਡ ਬਣ ਗਏ, ਇਹ 85 ਦੇ, ਇਹ 95 ਦੇ, ਤਾਂ ਇਹਨਾਂ ਤਿੰਨਾਂ ਵਿੱਚ ਕਿਹੜਾ ਸਾਂਝਾ ਹੈਗਾ 5। ਤਾਂ ਇਸ ਕਰਕੇ ਬੱਚਿਓ 5 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਜੋ ਸਾਡੇ ਕੋਲ 14ਵਾਂ ਪ੍ਰਸ਼ਨ ਹੈ, ਸੰਖਿਆ 5 ਦਾ ਨਮੂਨਾ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਆਕਾਰ ਦਰਸਾਉਂਦਾ ਹੈ, ਜਾਣੀ ਕਿ ਡਾਟ ਪੈਟਰਨ ਆਫ ਨੰਬਰ 5 ਰਿਪਰੈਜ਼ੈਂਟ ਵਿਚ ਆਫ ਦਾ ਫੋਲੋਇੰਗ ਸ਼ੇਪ। ਬੱਚੋ ਸਾਡੇ ਕੋਲ 5 ਪੁਆਇੰਟ ਆ, ਦੇਖੋ 5 ਪੁਆਇੰਟ ਸਿਰਫ ਇੱਕ ਜਿਹੜੀ ਰੇਖਾ ਗਈ ਉਹ ਰਿਪਰੈਜ਼ੈਂਟ ਕਰਨਗੇ, ਤਾਂ ਉਹਦਾ ਉੱਤਰ ਕੀ ਹੈ ਰੇਖਾ। ਬੱਚੋ ਇਸ ਸਵਾਲ ਦਾ ਮਤਲਬ ਕਿ ਜਿਸ ਤਰ੍ਹਾਂ ਦੇਖੋ ਕੋਈ ਇੱਕ ਡਾਟ ਹੈ ਇਸ ਤਰ੍ਹਾਂ ਬਣਦਾ ਹੈ, 2 ਡਾਟ ਨਾਲ ਕੀ ਲਾਈਨ ਬਣ ਜਾਂਦੀ ਹੈ, 3 ਡਾਟ ਨਾਲ ਲਾਈਨ ਵੀ ਬਣ ਜਾਂਦੀ ਹੈ, 3 ਡਾਟ ਨਾਲ ਤਿਕੋਣੀ ਬਣ ਜਾਂਦੀ ਹੈ। ਜਿਸ ਤਰ੍ਹਾਂ 4 ਡਾਟ ਨਾਲ ਲਾਈਨ ਵੀ ਬਣ ਜਾਂਦੀ ਹੈ ਤੇ 4 ਡਾਟ ਨਾਲ ਇੱਕ ਵਰਗ ਸਕੁਅਰ ਵੀ ਬਣ ਜਾਂਦਾ ਹੈ। ਜਿਸ ਤਰ੍ਹਾਂ 6 ਨਾਲ ਬਣਾ ਕੇ ਬੱਚਿਓ, ਤਾਂ 6 ਨਾਲ ਸਾਡੇ ਕੋਲ ਇੱਕ ਜਿਹੜੀ ਆਇਤ ਆ ਉਹ ਬਣ ਜਾਂਦੀ ਹੈ ਤੇ ਲਾਈਨ ਵੀ ਬਣ ਜਾਂਦੀ ਹੈ। ਲੇਕਿਨ ਜੋ 5 ਪੁਆਇੰਟ ਆ ਬੱਚਿਓ, ਜੇ ਆਪਾਂ ਇਹਨਾਂ ਦਾ ਵਰਗ ਬਣਾਵਾਂਗੇ ਤਾਂ ਸਾਡੇ ਕੋਲੇ ਇੱਕ ਪੁਆਇੰਟ ਸਾਡੇ ਕੋਲੇ ਅਸੀਂ ਇਹਨੂੰ ਕਿਤੇ ਵੀ ਡਿਨੋਟ ਨਹੀਂ ਕਰ ਸਕਦੇ, ਠੀਕ ਹੈ। ਤਾਂ ਉਹ ਇਸ ਤਰ੍ਹਾਂ ਸੀ, ਤਾਂ ਇਹ ਸ਼ੇਪ ਸਾਡੇ ਕੋਲ ਕੀ ਬਣਦੀ ਹੈ, ਇੱਕ ਪੈਂਟਾਗਨ ਤਾਂ ਬਣਦੀ ਹੈ, 5 ਭੁਜ ਤਾਂ ਬਣ ਜਾਂਦੀ ਹੈ, ਲੇਕਿਨ 5 ਭੁਜ ਦੇ ਵਿੱਚ ਜਿਹੜਾ ਆਂਸਰ ਸਾਨੂੰ ਉਹ ਨਹੀਂ ਦਿੱਤਾ ਹੈ। ਇਸ ਕਰਕੇ ਬੱਚਿਓ ਇਸ ਦਾ ਆਂਸਰ ਕੀ ਹੈ ਰੇਖਾ। ਜੋ ਸਾਡੇ ਕੋਲ 15ਵਾਂ ਪ੍ਰਸ਼ਨ ਹੈ, ਦਿੱਤਾ ਤ੍ਰਿਭੁਜ ਚਿੱਤਰ ਦੀ ਕਿਹੜੀ ਕਿਸਮ ਦਰਸਾ ਰਿਹਾ ਹੈ, ਵਿਚ ਟਾਈਪ ਆਫ ਟ੍ਰਾਇੰਗਲ ਸ਼ੋਨ। ਦੇਖੋ ਬੱਚੋ, ਦੇਖੋ ਇਹਦੇ ਵਿੱਚ ਜਿਹੜੇ ਆਹ ਕੋਣ ਆ, ਦੇਖੋ ਅਸੀਂ ਦੇਖਿਆ ਵੀ ਜਿਹੜਾ ਇਹ ਕੋਣ ਆ ਉਹ 90 ਦਾ ਕੋਣ ਇਸ ਤਰ੍ਹਾਂ ਬਣਨਾ ਹੈ, ਠੀਕ ਹੈ ਬੱਚਿਓ। ਜਿਹੜਾ ਇਹ ਕੋਣ ਹੈ 90 ਤੋਂ ਵੱਧ ਹੈ, ਕਿੰਨੇ ਡਿਗਰੀ ਤੋਂ ਵੱਧ ਹੈ 90 ਡਿਗਰੀ ਤੋਂ ਵੱਧ ਹੈ। ਸਾਨੂੰ ਪਤਾ ਵੀ ਜਦੋਂ ਸਾਡੇ ਕੋਲੇ ਕਿਸੇ ਤ੍ਰਿਭੁਜ ਟ੍ਰਾਇੰਗਲ ਦੇ ਵਿੱਚ ਜਿਹੜਾ ਐਂਗਲ ਹੈ ਉਹ 90 ਡਿਗਰੀ ਤੋਂ ਵੱਧ ਹੋਵੇ ਤਾਂ ਉਹ ਟ੍ਰਾਇੰਗਲ ਕੀ ਹੁੰਦੀ ਹੈ, ਅਦਿੱਖ ਕੋਣ ਤ੍ਰਿਭੁਜ, obtuse angled triangle। ਤਾਂ ਆਪਸ਼ਨ 2 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਬੱਚੇ ਸਾਡੇ ਕੋਲ 16ਵਾਂ ਪ੍ਰਸ਼ਨ ਹੈ, ਹੇਠਾਂ ਦਿੱਤੇ ਆਕਾਰਾਂ ਵਿੱਚ ਕੀ ਸਾਂਝਾ ਹੈ, what is common in the following shape। ਜਾਣੀ ਕਿ ਇਹਨਾਂ ਸ਼ੇਪ ਵਿੱਚ, ਇਹਨਾਂ ਆਕਾਰਾਂ ਵਿੱਚ ਕੀ ਸਾਂਝਾ ਹੈ। ਇਹ ਸਾਰੀਆਂ ਚਤੁਰਭੁਜਾਵਾਂ ਹਨ। ਹੁਣ ਦੇਖੋ ਬੱਚੋ ਇਹਦੇ ਵੀ 4 ਕੋਣ ਆ, ਇਹਦੇ ਵੀ 4 ਕੋਣ, ਇਹ ਵੀ ਕੋਣ ਆ, ਤਾਂ ਇਹ ਸਾਰੀਆਂ ਚਤੁਰਭੁਜਾਵਾਂ ਹਨ, ਬਿਲਕੁਲ ਸਹੀ ਹੈ। ਇਹ ਸਾਰੀਆਂ ਆਇਤਾਂ ਹਨ, ਇਹ ਨਹੀਂ ਹੈ, ਕਿਉਂਕਿ ਆਹ ਦੋਨੋਂ ਦਾ ਆਇਤ ਹੈ ਲੇਕਿਨ ਇਹ ਆਇਤ ਨਹੀਂ ਹੈ। ਇਹ ਸਾਰੇ ਵਰਗ ਹਨ, ਦੇਖੋ ਵਰਗ ਇਹ ਤਾਂ ਹੈ, ਆਹ ਦੋਨੇ ਵਰਗ ਨਹੀਂ ਹੈ, ਇਸ ਕਰਕੇ ਇਹ ਵੀ ਹੈ, ਇਹਨਾਂ ਵਿੱਚ ਕੋਈ ਵੀ ਨਹੀਂ, ਇਹ ਵੀ ਹੋ ਸਕਦਾ। ਇਸ ਕਰਕੇ ਆਪਸ਼ਨ ਨੰਬਰ 1 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਸਾਡੇ ਕੋਲ 17ਵਾਂ ਪ੍ਰਸ਼ਨ ਹੈ, ਹੇਠਾਂ ਦਿੱਤੇ ਵਿਸਤ੍ਰਿਤ ਰੂਪ ਵਿੱਚ ਕਿਹੜੀ ਸੰਖਿਆ ਹੈ, ਵਾਟ ਇਜ਼ ਦਾ ਨੰਬਰ ਫਾਰ ਦੀ ਫੋਲੋਇੰਗ ਐਕਸਪੈਂਡਡ ਫਾਰਮ। ਇਹ ਬੱਚੋ ਸਾਡੇ ਕੋਲ ਇੱਕ ਐਕਸਪੈਂਡਡ ਫਾਰਮ ਹੈ, ਠੀਕ ਹੈ। ਅਸੀਂ ਦੱਸਣਾ ਵੀ ਇਹਦਾ ਕਿਹੜੇ ਨੰਬਰ ਐਕਸਪੈਂਡਡ ਫਾਰਮ ਹੈ। ਦੇਖੋ ਬੱਚੋ ਸਾਡੇ ਕੋਲ 20000 ਹੈ, ਇਹ ਸਾਡੇ ਕੋਲ ਆ ਗਿਆ 20000, ਕਿਉਂਕਿ ਜਦੋਂ ਅਸੀਂ 2 ਨੂੰ 10000 ਗੁਣਾ ਕਰਾਂਗੇ ਤਾਂ 20000 ਬਣ ਜਾਣਾ ਹੈ, 8 ਨੂੰ 10 ਨਾਲ ਕਰਾਂਗੇ 80 ਬਣ ਜਾਣਾ ਹੈ, 5 ਨੂੰ ਕਰਾਂਗੇ 5 ਬਣ ਜਾਣਾ ਹੈ, ਤੇ ਜੋੜ ਕਰੋ 5 8 0 0 2 ਤਾਂ 20085। ਤਾਂ ਆਪਸ਼ਨ ਨੰਬਰ 1 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਬੱਚੇ ਸਾਡੇ ਕੋਲ 18ਵਾਂ ਪ੍ਰਸ਼ਨ ਹੈ, ਹੇਠਾਂ ਦਿੱਤੀ 3D ਕਿਰਤੀ ਨੂੰ ਪਛਾਣੋ ਵੀ ਜੋ ਇਹ ਕਿਰਤੀ ਹੈ ਉਹ ਕਿਸ ਦੀ ਹੈ। 3D ਕਿਰਤੀ ਬੱਚੋ ਕੀ ਹੈ, ਇੱਕ ਤੁਹਾਨੂੰ ਕੀ ਦਿਖਾਈ ਦੇ ਰਹੀ ਹੈ, ਇੱਕ ਫੁੱਟਬਾਲ। ਤਾਂ ਫੁੱਟਬਾਲ ਕੀ ਹੁੰਦਾ ਗਾ, ਗੋਲਾ, ਠੀਕ ਹੈ, ਜਾਣੀ ਕਿ ਸਫੀਅਰ। ਤਾਂ ਕਿਹੜੀ ਕਿਤੇ ਬੱਚੋ ਗੋਲਾ ਸਫੀਅਰ, ਠੀਕ ਹੈ ਬੱਚਿਓ। ਤਾਂ ਆਪਾਂ ਦੇਖਦੇ ਹਾਂ ਕਿਹੜੇ ਆਪਸ਼ਨ 'ਚ ਹੈ, ਆਪਸ਼ਨ ਨੰਬਰ 4 ਗੋਲਾ ਸਫੀਅਰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਬੱਚੋ ਸਾਡਾ ਅਗਲਾ ਪ੍ਰਸ਼ਨ ਹੈ, ਹੇਠਾਂ ਦਿੱਤੇ ਚਿੱਤਰ ਵਿੱਚ ਕਿਤਾਬ ਦਾ ਖੁੱਲਣਾ ਕੋਣ ਕਿਹੜੀ ਕਿਸਮ ਦਰਸਾ ਰਿਹਾ ਹੈ। ਜਾਣੀ ਬੱਚੋ ਆਹ ਕਿਤਾਬ ਖੁੱਲ ਰਹੀ ਹੈ, ਇਹ ਸਾਡੇ ਕੋਲ ਕੋਣ ਬਣ ਗਿਆ, ਇਹ ਕੋਣ ਦੀ ਕਿਹੜੀ ਕਿਸਮ ਆ। ਬੱਚੋ ਸਾਨੂੰ ਪਤਾ ਵੀ ਕੋਣ ਐ 90 ਦਾ ਹੁੰਦਾ ਗਾ, ਤੇ 90 ਤੋਂ ਕੀ ਹੈਗਾ ਘੱਟ, ਤਾਂ 90 ਤੋਂ ਘੱਟ ਕਿਹੜਾ ਕੋਣ ਹੁੰਦਾ ਗਾ, ਨਿਊਨ ਕੋਣ, ਯਾਨੀ ਕਿ ਐਕਿਊਟ ਐਂਗਲ, ਠੀਕ ਹੈ ਬੱਚਿਓ। ਤਾਂ ਆਪਾਂ ਦੇਖਦੇ ਹਾਂ ਵੀ ਕਿਹੜੇ ਆਪਸ਼ਨ ਦੇ ਵਿੱਚ ਸੀਗਾ ਇਹ ਉੱਤਰ, ਇਹ ਸਾਡੇ ਕੋਲ ਆਪਸ਼ਨ ਨੰਬਰ 2। ਤਾਂ ਆਪਸ਼ਨ ਨੰਬਰ 2 ਨਿਊਨ ਕੋਣ ਐਕਿਊਟ ਐਂਗਲ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ।
बच्चों सारे का 20वां प्रश्न है, लास्ट प्रश्न 2.58 माइनस 1.32 यानी कि 2.58 ਦੇ ਵਿੱਚੋਂ 1.32 ਘਟਾਉਣਾ ਹੈ। 2.58 ਮਾਈਨਸ 1.32। ਬੱਚੋ ਸਾਨੂੰ ਪਤਾ ਵੀ ਅਸੀਂ ਦਸ਼ਮਲਵ ਦੇ ਨੀਚੇ ਦਸ਼ਮਲਵ ਰੱਖਿਆ। ਸਿੰਪਲ ਸਵਾਲ 8 ਚੋਂ 2 ਕੱਢੇ 6, 5 ਤੋਂ 3 ਕੱਢੇ 2, 2 ਚੋਂ 1 ਕੱਢਿਆ 1 यानी कि 1.26। ਤਾਂ ਬੱਚੋ ਕਿਹੜੇ ਆਪਸ਼ਨ ਚ ਆ? ਆਪਸ਼ਨ ਨੰਬਰ 4 1.26 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਤਾਂ ਬੱਚੋ ਉਮੀਦ ਆ ਤੁਹਾਨੂੰ ਆਪਣੇ ਟੈਸਟ ਦੇ ਸਹੀ ਉੱਤਰ ਪਤਾ ਲੱਗ ਗਏ ਹੋਣਗੇ ਤੇ ਤੁਹਾਨੂੰ ਇਹਨਾਂ ਦੇ ਨੰਬਰ ਵੀ ਪਤਾ ਲੱਗ ਜਾਣਗੇ ਤੁਹਾਡੇ ਇਸ ਟੈਸਟ ਵਿੱਚੋਂ ਕਿੰਨੇ ਅੰਕ ਬਣਦੇ ਹਨ। ਤਾਂ ਬੱਚਿਓ ਜੇਕਰ ਤੁਸੀਂ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਤੁਹਾਡਾ ਸਭ ਦਾ ਧੰਨਵਾਦ। ਪਿਆਰੇ ਵਿਦਿਆਰਥੀਓ ਅਤੇ ਅਧਿਆਪਕ ਸਾਥੀਓ, ਸਤਿ ਸ੍ਰੀ ਅਕਾਲ। ਅੱਜ ਅਸੀਂ ਇਸ ਵੀਡੀਓ ਵਿੱਚ 6ਵੀਂ ਕਲਾਸ ਦਾ ਮੈਥ ਦਾ ਟੈਸਟ ਹੱਲ ਕਰਾਂਗੇ ਜੋ 11 ਨਵੰਬਰ 2020 ਨੂੰ ਹੋਇਆ ਹੈ, ਤਾਂ ਜੋ ਤੁਹਾਨੂੰ ਇਸ ਦੇ ਸਹੀ ਉੱਤਰਾਂ ਦਾ ਪਤਾ ਲੱਗ ਸਕੇ ਤੇ ਤੁਸੀਂ ਇਸ ਵਿੱਚ ਤੁਹਾਡੇ ਕਿੰਨੇ ਅੰਕ ਬਣਦੇ ਹਨ ਉਸ ਬਾਰੇ ਤੁਹਾਨੂੰ ਪਤਾ ਚੱਲ ਸਕੇ। ਇਸ ਕਰਕੇ ਇਸ ਵੀਡੀਓ ਨੂੰ ਪੂਰੇ ਧਿਆਨ ਨਾਲ ਦੇਖਣਾ। ਜਿਹੜੇ ਬੱਚਿਆਂ ਜਾਂ ਅਧਿਆਪਕਾਂ ਨੇ ਅਜੇ ਤੱਕ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਤਾਂ ਜੋ ਤੁਹਾਨੂੰ ਸਮੇਂ-ਸਮੇਂ ਦੇ ਸਿੱਖਿਆ ਨਾਲ ਸੰਬੰਧਿਤ ਜਾਂ ਪੇਪਰਾਂ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਆ ਉਹ ਮਿਲਦੀ ਰਹੇ। ਬੱਚੋ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ, ਸੰਖਿਆ 0 ਦਾ ਪਿਛੇਤਰ ਕੀ ਹੋਵੇਗਾ? ਪ੍ਰੀਡੈਸਰ ਆਫ 0। ਤਾਂ ਬੱਚੋ ਕੀ ਹੁੰਦਾ -1 ਤਾਂ ਯਾਨੀ ਕਿ -1 ਇਸ ਦਾ ਉੱਤਰ ਹੈ। ਇਹ ਦੇਖੋ ਕੋਈ 0 ਹੈ, ਇਧਰ 1 ਹੁੰਦਾ ਸਾਡੇ ਕੋਲ ਤੇ ਇਹਦਾ ਪਿਛੇਤਰ ਕਿੰਨਾ ਹੁੰਦਾ ਗਾ? -1। ਠੀਕ ਹੈ ਬੱਚਿਓ, ਤਾਂ -1 ਪਹਿਲੇ ਪ੍ਰਸ਼ਨ ਦਾ ਸਹੀ ਉੱਤਰ ਸੀ। ਬੱਚੋ ਸਾਡੇ ਕੋਲ ਦੂਸਰਾ ਪ੍ਰਸ਼ਨ ਹੈ, ਰਸ਼ਮੀ ਨੇ ਸੋਮਵਾਰ ਨੂੰ ਆਪਣੇ ਬੈਂਕ ਖਾਤੇ ਵਿੱਚ 4370 ਰੁਪਏ ਜਮ੍ਹਾਂ ਕਰਵਾਏ। ਉਸਨੇ ਮੰਗਲਵਾਰ ਨੂੰ 2875 ਰੁਪਏ ਕਢਵਾ ਲਏ। ਫਿਰ ਉਸਨੇ 1550 ਰੁਪਏ ਜਮ੍ਹਾਂ ਕਰਵਾਏ। ਹੁਣ ਉਸਦੇ ਖਾਤੇ ਵਿੱਚ ਜਾਣੀ ਕਿ ਵੀਰਵਾਰ ਨੂੰ ਉਸਦੇ ਖਾਤੇ ਵਿੱਚ ਕਿੰਨੇ ਰੁਪਏ ਸਨ? ਤਾਂ ਬੱਚਿਓ ਪਹਿਲਾਂ ਉਸਦੇ ਵਿੱਚ ਕਿੰਨੇ ਜਮ੍ਹਾਂ ਕਰਵਾਏ ਆ? 4370। ਤਾਂ ਕਿੰਨੇ ਕਢਵਾਏ ਆ? 2875। ਤਾਂ ਤੁਸੀਂ ਇਹਦੇ ਵਿੱਚੋਂ 2875 ਜਿਹੜੇ ਹੈਗੇ ਉਹ ਮਾਈਨਸ ਕਰ ਦੇਣੇ ਹਨ। 10 ਚੋਂ 5 ਕੱਢੇ 5, ਇੱਥੇ ਵਿੱਚੋਂ 6 ਰਹਿ ਗਏ 16 ਬਣ ਜਾਣੇ ਹੈ। 16 ਚੋਂ 7 ਕੱਢੇ 9, ਇੱਥੇ 2 ਰਹਿ ਜਾਣੇ ਹੈ, ਇੱਕ ਦਾ ਅਸਲ ਲਿਆ 12, 12 ਚੋਂ 8 ਕੱਢੇ 4, ਇੱਥੇ ਰਹਿ ਗਏ ਵਿੱਚੋਂ 3, 3 ਚੋਂ 2 ਕੱਢੇ 1 ਜਾਣੀ ਕਿ 1475। ਫਿਰ ਉਸਨੇ ਅਗਲੇ ਦਿਨ 1550 ਰੁਪਏ ਉਸ ਵਿੱਚ ਜਮ੍ਹਾਂ ਕਰਵਾ ਦਿੱਤੇ। ਤਾਂ ਹੁਣ ਤੁਸੀਂ ਇਸ ਦੇ ਵਿੱਚ 1550 ਜੋੜ ਦੇਣੇ ਹਨ। ਤਾਂ ਬੱਚੋ ਕਿੰਨਾ ਬਣੇਗਾ? 5, 7 ਤੇ 5 12, 4 ਤੇ 5 9 ਤੇ 1 10, 1 ਤੇ 2 ਤੇ 1 3 ਜਾਣੀ ਕਿ ਇਹ ਸਾਡੇ ਕੋਲ ਬਣ ਗਏ ਬੱਚਿਓ 2300 यानी कि 3025 रुपए। ठीक है बच्चों, बच्चे तुसी घटा दो, इत्थे साडे कोल 5 आ गया, अगे साडे कोल 16 बन जाने हैं। 16 7 कटे 9, इत्थे 2, एक साडे 12, 12 8 कटे 4, इत्थे रह गए 3, 3 चों 2 कटे बच्चों यानी कि 1495। फिर उसने अगले दिन 1550 रुपए जमा करवा दिते हैं। फिर तुसी ये 1550 ਦੇ ਵਿੱਚ ਜੋੜਨੇ ਸਨ। 5 9 ਤੇ 5 14, 9 ਤੇ 1 10 3 ਯਾਨੀ ਕਿ 3045 ਰੁਪਏ ਵੀਰਵਾਰ ਨੂੰ ਉਸਦੇ ਖਾਤੇ ਵਿੱਚ ਸਨ। ਤਾਂ ਇਸ ਦਾ ਉੱਤਰ ਹੈ 3045 ਰੁਪਏ। ਬੱਚੋ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ, ਦਸ਼ਮਲਵ ਸੰਖਿਆ 5.0378 ਵਿੱਚ ਅੰਕ 7 ਦਾ ਸਥਾਨਕ ਮੁੱਲ ਕੀ ਹੈ? ਜਾਣੀ ਕਿ ਅਸੀਂ ਦੱਸਣਾ ਹੈ ਵੀ 7 ਦੀ ਪਲੇਸ ਵੈਲਿਊ ਸਥਾਨਕ ਮੁੱਲ ਕਿੰਨਾ ਹੈ। ਬੱਚੋ ਕੀ ਹੈ ਦੇਖੋ, ਇਹ ਸਾਡੇ ਕੋਲ 10ਵਾਂ, ਇਹ 100ਵਾਂ, ਇਹ 1000ਵਾਂ ਹੁੰਦਾ ਹੈ, ਜਾਣੀ ਕਿ 7/1000 ਹੋਣਾ ਚਾਹੀਦਾ ਹੈ। ਤਾਂ ਬੱਚੋ ਦੇਖਦੇ ਹਾਂ ਆਪਾਂ ਕਿਹੜੇ ਆਪਸ਼ਨ ਵਿੱਚ ਹੈ ਇਹ। ਤਾਂ ਇਹ ਸਾਡੇ ਕੋਲ ਹੈ ਆਪਸ਼ਨ ਨੰਬਰ 4 ਦੇ ਵਿੱਚ। ਤਾਂ ਆਪਸ਼ਨ ਨੰਬਰ 4 ਇਸ ਪ੍ਰਸ਼ਨ ਦਾ ਸਹੀ ਉੱਤਰ। ਸਾਡੇ ਕੋਲ ਚੌਥਾ ਪ੍ਰਸ਼ਨ ਹੈ, ਹੇਠਾਂ ਦਰਸਾਏ ਆਕਾਰ ਵਿੱਚ ਕਿੰਨੇ ਸਿਖਰ ਹਨ? ਜਾਣੀ ਕਿ ਕਿੰਨੇ ਵਰਟੈਕਸ ਹਨ ਸਿਖਰ ਵਿੱਚੋਂ। ਸਾਡੇ ਕੋਲ ਸਿਖਰ ਕਿਹੜੇ ਹੁੰਦੇ ਆ? ਜਿੱਥੇ ਦੋ ਰੇਖਾਵਾਂ ਕੱਟਦੀਆਂ ਇਸ ਨੂੰ ਬੋਲਦੇ ਆਗੇ ਸਿਖਰ ਵਰਟੈਕਸ। ਠੀਕ ਹੈ ਬੱਚੋ, ਕਿੰਨੇ ਆ? 1 2 3 4, ਇੱਕ ਆ ਮਗਰ 5।
ਤਾਂ ਆਪਸ਼ਨ 5 यानी कि जो ऑप्शन नंबर 2 ਵਿੱਚ 5 ਉੱਤਰ ਹੈ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਬੱਚੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ ਕਿਹੜਾ ਬਿੰਦੂ ਦਿੱਤੀ ਵਕਰ ਦੇ ਅੰਦਰਲੇ ਭਾਗ ਵਿੱਚ ਸਥਿਤ ਹੈ। ਠੀਕ ਹੈ ਬੱਚੋ, ਲਾਈ ਇਨਸਾਈਡ यानी कि इनसाइड देखो ये सारे कोल डायग्राम है तो इनसाइड ਕਿਹੜਾ ਹੈ ਅੰਦਰਲਾ ਭਾਗ ਕਿਹੜਾ ਬਿੰਦੂ P ਤਾਂ ਇਸ ਕਰਕੇ ਬੱਚੋ P ਆਪਸ਼ਨ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਤਾਂ P ਕਿਹੜੇ ਆਪਸ਼ਨ ਹੈ ਬੱਚੋ ਤੀਜੇ ਆਪਸ਼ਨ ਦੇ ਵਿੱਚ ਇਸ ਕਰਕੇ P ਵਾਲਾ ਜਿਹੜਾ ਇਸ ਦਾ ਉੱਤਰ ਉਹ ਸਹੀ ਹੈ। ਬੱਚੋ ਸਾਡੇ ਕੋਲ ਅਗਲਾ ਪ੍ਰਸ਼ਨ ਹੈ ਛੇਵਾਂ ਸਵੇਰੇ ਤਾਪਮਾਨ ਕਿੰਨਾ ਸਾਡੇ ਕੋਲ ਬੱਚੋ 5 ਡਿਗਰੀ ਸ਼ਾਮ ਤੱਕ ਤਾਪਮਾਨ 15 ਡਿਗਰੀ ਹੋਰ ਘਟ ਗਿਆ ਜਾਣੀ ਕਿ ਹੋਰ ਘਟ ਗਿਆ ਤਾਂ ਬੱਚੋ ਤੁਸੀਂ ਇਹਦੇ ਵਿੱਚੋਂ 15 ਡਿਗਰੀ ਘਟਾਓ ਕਰ ਦੇਣਾ ਹੈ ਬੱਚੋ ਕਿੰਨਾ ਜਾਵੇਗਾ -10 ਜਾਣੀ ਕਿ ਘਟਾਓ 10 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਬੱਚੋ ਸ਼ਾਮ ਦਾ ਤਾਪਮਾਨ ਸੀ ਉਹ ਕੀ ਸੀਗਾ -10 ਡਿਗਰੀ। ਬੱਚੋ ਸਾਡੇ ਕੋਲ 7ਵਾਂ ਪ੍ਰਸ਼ਨ ਹੈ ਹੇਠਾਂ ਦਿੱਤੀਆਂ ਭਿੰਨਾਂ ਵਿੱਚੋਂ ਕਿਹੜੀਆਂ ਸਮਾਨ ਭਿੰਨਾਂ ਹਨ। ਤਾਂ ਬੱਚੋ ਇਸ ਦਾ ਸਮਾਨ ਭਿੰਨਾਂ ਜਾਣੀ ਕਿ ਲਾਈਕ ਫ੍ਰੈਕਸ਼ਨਸ ਲਾਈਕ ਫ੍ਰੈਕਸ਼ਨ ਕਿਹੜੀਆਂ ਹੁੰਦੀਆਂ ਬੱਚੋ ਜਿਨ੍ਹਾਂ ਦਾ ਹਰ ਜਾਂ ਜਿਹਨੂੰ ਆਪਾਂ ਬੋਲ ਦਿਆਂਗੇ ਡਿਨੋਮੀਨੇਟਰ ਸੇਮ ਹੋਵੇ ਜਾਣੀ ਕਿ ਇੱਕੋ ਹੋਵੇ। ਦੇਖੋ ਇਹਦਾ ਬੱਚੋ ਹਰ ਕੀ ਅਲੱਗ-ਅਲੱਗ ਹੈ ਨਹੀਂ ਹੋ ਸਕਦਾ ਹੁਣ ਇਹਦਾ ਹਰ ਬੱਚੇ ਸਾਰਿਆਂ ਦਾ ਕੀ ਹੈ ਸੇਮ ਹੈ 11 ਹੈ ਤਾਂ ਇਸ ਕਰਕੇ ਇਹ ਆਪਸ਼ਨ ਤਾਂ ਬੱਚੋ ਕਿਹੜੇ ਆਪਸ਼ਨ ਵਿੱਚ ਹੈ ਆਪਸ਼ਨ ਨੰਬਰ 2 ਦੇ ਵਿੱਚ ਸਾਡੇ ਕੋਲ ਹੈ ਆਪਸ਼ਨ ਨੰਬਰ 2 ਬੱਚੋ ਇਹਦਾ ਕੀ ਹੈ ਸਹੀ ਉੱਤਰ ਹੈ ਕਿਉਂਕਿ ਅੱਗੇ ਕਿਸੇ ਵੀ ਆਪਸ਼ਨ ਦੇ ਵਿੱਚ ਜਿਹੜਾ ਇਹ ਨਹੀਂ ਹੈਗਾ ਤਾਂ ਇਸ ਕਰਕੇ ਇਸ ਪ੍ਰਸ਼ਨ ਦਾ ਜੋ ਉੱਤਰ ਹੈ ਉਹ ਹੈ ਆਪਸ਼ਨ ਨੰਬਰ 2। ਠੀਕ ਹੈ ਬੱਚਿਓ। ਸਾਡੇ ਬੱਚਿਓ 8ਵਾਂ ਪ੍ਰਸ਼ਨ ਹੈ ਸੋਹਣ ਦੀ ਕਮੀਜ਼ ਉੱਪਰ 9 ਬਟਨ ਲੱਗੇ ਹੋਏ ਹਨ ਉਹਨਾਂ ਵਿੱਚੋਂ 3 ਬਟਨ ਡਿੱਗ ਗਏ ਸੋਹਣ ਦੀ ਕਮੀਜ਼ ਤੋਂ ਡਿੱਗੇ ਹੋਏ ਬਟਨਾਂ ਦੀ ਭਿੰਨ ਪਤਾ ਕਰੋ। ਠੀਕ ਹੈ ਬੱਚਿਓ ਜੋ ਬਟਨ ਡਿੱਗ ਪਏ ਆ ਠੀਕ ਹੈ ਨਾ ਫੈਲ ਹੋ ਗਏ ਆ ਉਹਦੀ ਅਸੀਂ ਜਿਹੜੀ ਫ੍ਰੈਕਸ਼ਨ ਹੈਗੀ ਉਹ ਪਤਾ ਕਰਨੀ ਹੈ ਬੱਚੋ ਜਿਹਦੀ ਅਸੀਂ ਫ੍ਰੈਕਸ਼ਨ ਪਤਾ ਕਰਨੀ ਹੁੰਦੀ ਹੈ ਭਿੰਨ ਪਤਾ ਕਰਨੀ ਹੁੰਦੀ ਹੈ ਉਹ ਵੈਲਿਊ ਉੱਪਰ ਥੱਲੇ ਕੁੱਲ ਵੈਲਿਊ ਤਾਂ ਕੁੱਲ ਵੈਲਿਊ ਬੱਚੇ ਬਟਨ ਕਿੰਨੇ ਆ 9 ਡਿੱਗੇ ਕਿੰਨੇ ਆ 3 ਬੱਚੋ ਦੋਨਾਂ ਵਿੱਚ ਕੀ ਹੈ ਸਾਡੇ ਕੋਲ ਦੋਨਾਂ ਵਿੱਚੋਂ ਅਸੀਂ 3 ਤੇ ਇਸ ਨੂੰ ਕੱਟ ਸਕਦੇ ਹਾਂ ਜਿਸ ਤਰ੍ਹਾਂ ਸਾਡੇ ਕੋਲ ਅਸੀਂ ਜੇ ਕਹਿੰਦੇ ਗੁਣਨਖੰਡ ਬਣਾ ਲਈਏ 3 ਗੁਣਾ 1 ਇਹ ਬਣ ਗਿਆ 3 ਗੁਣਾ 3 3 ਨਾਲ 3 ਕੱਟੇ ਗਏ ਤਾਂ ਬੱਚੋ 1/3 ਤਾਂ 1 ਇਹਨਾਂ ਦੀ ਭਿੰਨ ਹੋਵੇਗੀ ਤਾਂ ਬੱਚੋ ਆਪਾਂ ਦੇਖਦੇ ਹਾਂ ਕਿਹੜੇ ਆਪਸ਼ਨ ਵਿੱਚ ਹੈ ਉਹ ਸਾਡੇ ਕੋਲ ਹੈ ਆਪਸ਼ਨ ਨੰਬਰ 3 ਤਾਂ ਆਪਸ਼ਨ ਨੰਬਰ 3 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਕਿਉਂਕਿ ਇਹਦੇ ਵਿੱਚ 1/3 ਫ੍ਰੈਕਸ਼ਨ ਭਿੰਨ ਹੈ। ਬੱਚੋ ਸਾਡੇ ਕੋਲ 9ਵਾਂ ਪ੍ਰਸ਼ਨ ਹੈ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਦਿੱਤੇ ਚਿੱਤਰ ਨੂੰ ਦਰਸਾਉਂਦਾ ਹੈ ਤਾਂ ਬੱਚੋ ਸਾਡੇ ਕੋਲ ਕੋਈ ਚਿੱਤਰ ਹੈ ਫਿਗਰ ਹੈ ਅਸੀਂ ਦੱਸਣਾ ਵੀ ਇਹ ਕਿਸ ਚੀਜ਼ ਨੂੰ ਦਰਸਾਉਂਦੀ ਹੈ ਇਹ ਰੇਖਾਖੰਡ ਨੂੰ ਰੇਖਾ ਨੂੰ ਕੋਣ ਨੂੰ ਜਾਂ ਕਿਰਨ ਨੂੰ ਤਾਂ ਬੱਚੋ ਅਸੀਂ ਇਹਦੇ 'ਚ ਕੀ ਦੇਖਿਆ ਵੀ ਇਹ ਦੇਖੋ ਇੱਕ ਸਾਈਡ ਤੋਂ ਹੈ ਸਿਰਫ ਇੱਕ ਸਾਈਡ ਵੱਲ ਜਿਹੜੀ ਕੀ ਜਾ ਰਹੀ ਹੈ ਇੱਥੋਂ ਇਹ ਸ਼ੁਰੂ ਹੋ ਰਹੀ ਹੈ ਤੇ ਐਂਡ ਕਿਤੇ ਵੀ ਨਹੀਂ ਹੋ ਰਹੀ ਠੀਕ ਹੈ ਤਾਂ ਫਿਰ ਇਹ ਕੀ ਸਾਡੇ ਕੋਲ ਕਿਰਨ ਹੈ ਰੇ ਹੈ ਕਿਹੜੀ ਕਿਰਨ ਹੈ ਬੱਚੋ ਇਹ ਵੀ ਕਿਰਨ ਹੈ ਇਸ ਕਰਕੇ किरण ऑप्शन इस प्रश्न का सही उत्तर है। बच्चों सारे को 10वां प्रश्न है चिन्हित कोण का नाम की है व्हाट इज द नेम ऑफ मार्केट एंगल तो बच्चों ये साडे कोले मार्केट एंगल है तो सानू पता है भी इस कोण नूं 3 अखरां लिखदा देखो की आ गया ई फिर ए फिर एफ यानी किहड़ा कोण होगा बच्चों ई ए एफ ये साडे कोल कोण आगा वो बन गया। बच्चों ਆਪਾਂ देखते हैं भी ਕਿਹੜੇ ਆਪਸ਼ਨ ਦੇ ਵਿੱਚ तो बच्चे देखते हैं अपना आधा ऑप्शन की है किहड़े ऑप्शन च है पहले च BAF है EAD है ਅਸੀਂ देखना EAF तो बच्चे जो EAF है ये ऑप्शन नंबर 3 ਦੇ ਵਿੱਚ है तो ऑप्शन नंबर 3 इस प्रश्न का सही उत्तर है। बच्चे सारे 11वां प्रश्न है ਹੇਠਾਂ ਦਿੱਤੇ ਚਿੱਤਰ ਵਿੱਚ PO ਕੀ ਦਰਸਾਉਂਦਾ ਹੈ PO ਦੱਸਣਾ ਵੀ की रिप्रेजेंट कर देखो बच्चों साडे कोल O है ये साडे कोले P है तो दसना भी ये रेखा की दर्शाउंदी है बच्चों ये चक्कर दा की है केंद्र है ये उसका परिमाप है तो केंद्र तो लैके परिमाप तक जो दूरी होंदी है असीं उसनूं की बोलदे हां अर्ध व्यास यानी कि रेडियस ठीक है बच्चों तो इसका उत्तर की है अर्ध व्यास रेडियस। बच्चों आप देखते हैं भी ये किहड़े ऑप्शन दे विच ये हैगा बच्चों ये साडे कोल सीगा पहले ऑप्शन दे विच
ਤਾਂ ਪਹਿਲਾ ਆਪਸ਼ਨ ਅਰਧ ਵਿਆਸ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਸਾਡੇ ਕੋਲ 12ਵਾਂ ਪ੍ਰਸ਼ਨ ਹੈ, ਹੇਠਾਂ ਦਿੱਤੇ ਚਿੱਤਰ ਵਿੱਚ ਡਿਗਰੀ ਵਿੱਚ ਕੋਣ ਦਾ ਮਾਪ ਕੀ ਹੈ? ਜਾਣ ਕੇ ਦੱਸਣਾ ਵੀ ਕਿੰਨੇ ਕੋਣ ਜਾਂ ਕੋਣ ਦਾ ਮਾਪ ਆ ਉਹ ਕਿੰਨੇ ਡਿਗਰੀ ਹੈ। ਠੀਕ ਹੈ, ਠੀਕ ਹੈ, ਕਿੰਨੇ ਡਿਗਰੀ ਦਾ ਐਂਗਲ ਹੈ। ਬੱਚੋ ਦੇਖੋ ਸਾਡੇ ਕੋਲ ਇੱਕ ਰੇਖਾ ਸਾਨੂੰ ਇੱਧਰ ਦੱਸੀ ਹੈ, ਇੱਕ ਰੇਖਾ ਦੇਖੋ ਇਹ ਹੈ, ਠੀਕ ਹੈ, ਇੱਕ ਰੇਖਾ ਦੇਖੋ ਸਾਡੇ ਕੋਲ ਇਸ ਤਰ੍ਹਾਂ ਕੋਣ ਬਣਿਆ ਹੋਇਆ, ਇਹ ਰੇਖਾ ਹੈ, ਇੱਕ ਇਹ ਰੇਖਾ ਹੈ, ਤਾਂ ਅਸੀਂ ਆਹ ਕੋਣ ਮਾਪਣਾ ਬੱਚੋ ਇੱਧਰਲਾ, ਠੀਕ ਹੈ, ਇਹ ਕੋਣ ਦੱਸਣਾ, ਨਾ ਕਿ ਅਸੀਂ ਇਹ, ਕਿਉਂਕਿ ਇਹ ਕੋਣ ਅਸੀਂ ਕਿੰਨੇ ਦਾ ਬਣਨਾ, ਦੇਖੋ 0 ਡਿਗਰੀ ਬੱਚੇ ਇੱਧਰੋਂ ਇੱਧਰ ਕਿੱਥੇ ਆ 140 ਅਤੇ 150 ਦੇ ਵਿਚਕਾਰ, ਤਾਂ ਕਿੰਨਾ ਹੋ ਗਿਆ 145 ਡਿਗਰੀ। ਇਸ ਕਰਕੇ ਆਪਸ਼ਨ ਨੰਬਰ 3 145 ਵਾਲਾ ਇਸ ਦਾ ਸਹੀ ਉੱਤਰ ਹੈ। ਬੱਚੇ ਸਾਡੇ ਕੋਲ 13ਵਾਂ ਪ੍ਰਸ਼ਨ ਹੈ, ਇੱਕ ਬਾਕਸ ਦੀ ਲੰਬਾਈ 75 ਸੈਂਟੀਮੀਟਰ 85 ਸੈਂਟੀਮੀਟਰ ਤੇ 95 ਸੈਂਟੀਮੀਟਰ, ਜਾਣੀ ਕਿ ਬਾਕਸ ਦੀ ਜੋ ਲੈਂਥ ਹੈ ਉਹ 75 ਸੈਂਟੀਮੀਟਰ 85 ਸੈਂਟੀਮੀਟਰ ਤੇ 95 ਸੈਂਟੀਮੀਟਰ ਹੈ। ਇੱਕ ਲੰਬੀ ਵੱਧ ਤੋਂ ਵੱਧ ਲੰਬੀ ਟੇਪ ਦੀ ਲੰਬਾਈ ਕਿੰਨੀ ਹੋਵੇਗੀ ਜੋ ਤਿੰਨੇ ਦਿਸ਼ਾਵਾਂ ਨੂੰ ਪੂਰਾ ਪੂਰਾ ਮਾਪ ਸਕੇ। ਤਾਂ ਬੱਚੋ ਅਸੀਂ ਇੱਕ ਤਰ੍ਹਾਂ ਅਸੀਂ ਟੇਪ ਲੈਣੀ ਹੈ, ਉਹ ਕਿੰਨੇ ਲੰਬਾਈ ਦੀ ਹੋਵੇ ਤਾਂ ਕਿ ਅਸੀਂ ਉਸ ਟੇਪ ਨਾਲ ਜਿਹੜੀ ਸਾਰੀਆਂ ਤਿੰਨੇ ਲੰਬਾਈਆਂ ਗੀਆਂ ਲੰਬਾਈ ਚੌੜਾਈ ਉਚਾਈ ਨੂੰ ਪੂਰਾ ਪੂਰਾ ਜਿਹੜਾ ਅਸੀਂ ਉਹ ਮਾਪ ਸਕੀਏ, ਜਾਣੀ ਕਿ ਟੇਪ ਘਟੇ ਨਾ ਵਧੇ, ਜਾਣੀ ਕਿ ਪੂਰੇ ਪੂਰੇ ਉਹਦੇ ਮਤਲਬ ਹਿੱਸਿਆਂ ਨੂੰ ਉਹ ਵੰਡ ਦੇਵੇ। ਤਾਂ ਬੱਚੋ ਇਹਦੇ ਵਿੱਚ ਅਸੀਂ ਕੀ ਪਤਾ ਕਰਨਾ ਹੈ 75 85 ਅਤੇ 95 ਦਾ ਮਹੱਤਵ ਸਮਾਂ ਵਰਤਕ, ਜਾਣੀ ਕਿ HCF। ਤਾਂ ਬੱਚਿਓ ਉਹ ਸਾਡੇ ਕੋਲ ਕਿੰਨਾ ਆ ਜਾਵੇਗਾ, ਉਹ ਸਾਡੇ ਕੋਲੇ 5 ਆ ਜਾਵੇਗਾ, ਕਿਉਂਕਿ 15 5 75, 17 5 85 ਤੇ 19 5 ਵਿੱਚੋਂ ਕਿੰਨੇ ਹੁੰਦੇ ਹੈਗੇ 95। ਇਹ 75 ਦੇ ਸਾਡੇ ਗੁਣਨਖੰਡ ਬਣ ਗਏ, ਇਹ 85 ਦੇ, ਇਹ 95 ਦੇ, ਤਾਂ ਇਹਨਾਂ ਤਿੰਨਾਂ ਵਿੱਚ ਕਿਹੜਾ ਸਾਂਝਾ ਹੈਗਾ 5, ਤਾਂ ਇਸ ਕਰਕੇ ਬੱਚਿਓ 5 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਜੋ ਸਾਡੇ ਕੋਲ 14ਵਾਂ ਪ੍ਰਸ਼ਨ ਹੈ, ਸੰਖਿਆ 5 ਦਾ ਨਮੂਨਾ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਆਕਾਰ ਦਰਸਾਉਂਦਾ ਹੈ, ਜਾਣੀ ਕਿ ਡਾਟ ਪੈਟਰਨ ਆਫ ਨੰਬਰ 5 ਰਿਪਰੈਜ਼ੈਂਟ ਵਿਚ ਆਫ ਦਾ ਫੋਲੋਇੰਗ ਸ਼ੇਪ। ਬੱਚੋ ਸਾਡੇ ਕੋਲ 5 ਪੁਆਇੰਟ ਆ, ਦੇਖੋ 5 ਪੁਆਇੰਟ ਸਿਰਫ ਇੱਕ ਜਿਹੜੀ ਰੇਖਾ ਗਈ ਉਹ ਰਿਪਰੈਜ਼ੈਂਟ ਕਰਨਗੇ, ਤਾਂ ਉਹਦਾ ਉੱਤਰ ਕੀ ਹੈ ਰੇਖਾ। ਬੱਚੋ ਇਸ ਸਵਾਲ ਦਾ ਮਤਲਬ ਕਿ ਜਿਸ ਤਰ੍ਹਾਂ ਦੇਖੋ ਕੋਈ ਇੱਕ ਡਾਟ ਹੈ ਇਸ ਤਰ੍ਹਾਂ ਬਣਦਾ ਹੈ, 2 ਡਾਟ ਨਾਲ ਕੀ ਲਾਈਨ ਬਣ ਜਾਂਦੀ ਹੈ, 3 ਡਾਟ ਨਾਲ ਲਾਈਨ ਵੀ ਬਣ ਜਾਂਦੀ ਹੈ, 3 ਡਾਟ ਨਾਲ ਤਿਕੋਣੀ ਬਣ ਜਾਂਦੀ ਹੈ, ਜਿਸ ਤਰ੍ਹਾਂ 4 ਡਾਟ ਨਾਲ ਲਾਈਨ ਵੀ ਬਣ ਜਾਂਦੀ ਹੈ ਤੇ 4 ਡਾਟ ਨਾਲ ਇੱਕ ਵਰਗ ਸਕੁਅਰ ਵੀ ਬਣ ਜਾਂਦਾ ਹੈ। ਜਿਸ ਤਰ੍ਹਾਂ 6 ਨਾਲ ਬਣਾ ਕੇ ਬੱਚੋ, ਤਾਂ 6 ਨਾਲ ਸਾਡੇ ਕੋਲ ਇੱਕ ਜਿਹੜੀ ਆਇਤ ਆ ਉਹ ਬਣ ਜਾਂਦੀ ਹੈ ਤੇ ਲਾਈਨ ਵੀ ਬਣ ਜਾਂਦੀ ਹੈ। ਲੇਕਿਨ ਜੋ 5 ਪੁਆਇੰਟ ਆ ਬੱਚਿਓ, ਜੇ ਆਪਾਂ ਇਹਨਾਂ ਦਾ ਵਰਗ ਬਣਾਵਾਂਗੇ ਤਾਂ ਸਾਡੇ ਕੋਲੇ ਇੱਕ ਪੁਆਇੰਟ ਸਾਡੇ ਕੋਲੇ ਅਸੀਂ ਇਹਨੂੰ ਕਿਤੇ ਵੀ ਡਿਨੋਟ ਨਹੀਂ ਕਰ ਸਕਦੇ, ਠੀਕ ਹੈ, ਤਾਂ ਉਹ ਇਸ ਤਰ੍ਹਾਂ ਅਸੀਂ, ਤਾਂ ਇਹ ਸ਼ੇਪ ਸਾਡੇ ਕੋਲ ਕੀ ਬਣਦੀ ਹੈ, ਇੱਕ ਪੈਂਟਾਗਨ ਤਾਂ ਬਣਦੀ ਹੈ, 5 ਭੁਜ ਤਾਂ ਬਣ ਜਾਂਦੀ ਹੈ, ਲੇਕਿਨ 5 ਭੁਜ ਦੇ ਵਿੱਚ ਜਿਹੜਾ ਆਂਸਰ ਸਾਨੂੰ ਉਹ ਨਹੀਂ ਦਿੱਤਾ ਹੈ। ਇਸ ਕਰਕੇ ਬੱਚਿਓ ਇਸ ਦਾ ਆਂਸਰ ਕੀ ਹੈ ਰੇਖਾ। ਜੋ ਸਾਡੇ ਕੋਲ 15ਵਾਂ ਪ੍ਰਸ਼ਨ ਹੈ, ਦਿੱਤਾ ਤ੍ਰਿਭੁਜ ਚਿੱਤਰ ਦੀ ਕਿਹੜੀ ਕਿਸਮ ਦਰਸਾ ਰਿਹਾ ਹੈ, ਵਿਚ ਟਾਈਪ ਆਫ ਟ੍ਰਾਇੰਗਲ ਸ਼ੋਨ। ਦੇਖੋ ਬੱਚੋ ਦੇਖੋ ਇਹਦੇ ਵਿੱਚ ਜਿਹੜੇ ਆਹ ਕੋਣ ਆ, ਦੇਖੋ ਅਸੀਂ ਦੇਖਿਆ ਵੀ ਜਿਹੜਾ ਇਹ ਕੋਣ ਆ ਉਹ 90 ਦਾ ਕੋਣ ਇਸ ਤਰ੍ਹਾਂ ਬਣਨਾ ਹੈ, ਠੀਕ ਹੈ ਬੱਚਿਓ, ਜਿਹੜਾ ਇਹ ਕੋਣ ਹੈ 90 ਤੋਂ ਵੱਧ ਹੈ, ਕਿੰਨੇ ਡਿਗਰੀ ਤੋਂ ਵੱਧ ਹੈ 90 ਡਿਗਰੀ ਤੋਂ ਵੱਧ ਹੈ। ਸਾਨੂੰ ਪਤਾ ਵੀ ਜਦੋਂ ਸਾਡੇ ਕੋਲੇ ਕਿਸੇ ਤ੍ਰਿਭੁਜ ਟ੍ਰਾਇੰਗਲ ਦੇ ਵਿੱਚ ਜਿਹੜਾ ਐਂਗਲ ਹੈ ਉਹ 90 ਡਿਗਰੀ ਤੋਂ ਵੱਧ ਹੋਵੇ ਤਾਂ ਉਹ ਟ੍ਰਾਇੰਗਲ ਕੀ ਹੁੰਦੀ ਹੈ, ਅਦਿੱਖ ਕੋਣ ਤ੍ਰਿਭੁਜ, obtuse angled triangle। ਤਾਂ ਆਪਸ਼ਨ 2 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਬੱਚੇ ਸਾਡੇ ਕੋਲ 16ਵਾਂ ਪ੍ਰਸ਼ਨ ਹੈ, ਹੇਠਾਂ ਦਿੱਤੇ ਆਕਾਰਾਂ ਵਿੱਚ ਕੀ ਸਾਂਝਾ ਹੈ, what is common in the following shape, ਜਾਣੀ ਕਿ ਇਹਨਾਂ ਸ਼ੇਪ ਵਿੱਚ ਇਹਨਾਂ ਆਕਾਰਾਂ ਵਿੱਚ ਕੀ ਸਾਂਝਾ ਹੈ। ਇਹ ਸਾਰੀਆਂ ਚਤੁਰਭੁਜਾਵਾਂ ਹਨ। ਹੁਣ ਦੇਖੋ ਬੱਚੋ ਇਹਦੇ ਵੀ 4 ਕੋਣ ਆ, ਇਹਦੇ ਵੀ 4 ਕੋਣ, ਇਹ ਵੀ ਕੋਣ ਆ, ਤਾਂ ਇਹ ਸਾਰੀਆਂ ਚਤੁਰਭੁਜਾਵਾਂ ਹਨ, ਬਿਲਕੁਲ ਸਹੀ ਹੈ। ਇਹ ਸਾਰੀਆਂ ਆਇਤਾਂ ਹਨ, ਇਹ ਨਹੀਂ ਹੈ, ਕਿਉਂਕਿ ਆਹ ਦੋਨੋਂ ਦਾ ਆਇਤ ਹੈ ਲੇਕਿਨ ਇਹ ਆਇਤ ਨਹੀਂ ਹੈ। ਇਹ ਸਾਰੇ ਵਰਗ ਹਨ, ਦੇਖੋ ਵਰਗ ਇਹ ਤਾਂ ਹੈ, ਆਹ ਦੋਨੇ ਵਰਗ ਨਹੀਂ ਹੈ, ਇਸ ਕਰਕੇ ਇਹ ਵੀ ਹੈ, ਇਹਨਾਂ ਵਿੱਚ ਕੋਈ ਵੀ ਨਹੀਂ, ਇਹ ਵੀ ਹੋ ਸਕਦਾ। ਇਸ ਕਰਕੇ ਆਪਸ਼ਨ ਨੰਬਰ 1 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਸਾਡੇ ਕੋਲ 17ਵਾਂ ਪ੍ਰਸ਼ਨ ਹੈ, ਹੇਠਾਂ ਦਿੱਤੇ ਵਿਸਤ੍ਰਿਤ ਰੂਪ ਵਿੱਚ ਕਿਹੜੀ ਸੰਖਿਆ ਹੈ, ਵਾਟ ਇਜ਼ ਦਾ ਨੰਬਰ ਫਾਰ ਦੀ ਫੋਲੋਇੰਗ ਐਕਸਪੈਂਡਡ ਫਾਰਮ। ਇਹ ਬੱਚੋ ਸਾਡੇ ਕੋਲ ਇੱਕ ਐਕਸਪੈਂਡਡ ਫਾਰਮ ਹੈ, ਠੀਕ ਹੈ, ਅਸੀਂ ਦੱਸਣਾ ਵੀ ਇਹਦਾ
ਕਿਹੜੇ ਨੰਬਰ ਦੀ ਸਟੈਂਡਰਡ ਫਾਰਮ ਹੈ। ਦੇਖੋ ਬੱਚੋ ਸਾਡੇ ਕੋਲ 20000 ਹੈ, ਇਹ ਸਾਡੇ ਕੋਲ ਆ ਗਿਆ 20000, ਕਿਉਂਕਿ ਜਦੋਂ ਅਸੀਂ 2 ਨੂੰ 10000 ਗੁਣਾ ਕਰਾਂਗੇ ਤਾਂ 20000 ਬਣ ਜਾਣਾ ਹੈ। 8 ਨੂੰ 10 ਨਾਲ ਕਰਾਂਗੇ 80 ਬਣ ਜਾਣਾ ਹੈ। 5 ਨੂੰ ਕਰਾਂਗੇ 5 ਬਣ ਜਾਣਾ ਹੈ। ਤੇ ਜੋੜ ਕਰੋ 5 8 0 0 2 ਤਾਂ 20085। ਤਾਂ ਆਪਸ਼ਨ ਨੰਬਰ 1 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਬੱਚੋ ਸਾਡੇ ਕੋਲ 18ਵਾਂ ਪ੍ਰਸ਼ਨ ਹੈ, ਹੇਠਾਂ ਦਿੱਤੀ 3D ਕਿਰਤੀ ਨੂੰ ਪਛਾਣੋ। ਵੀ ਜੋ ਇਹ ਕਿਰਤੀ ਹੈ ਉਹ ਕਿਸ ਦੀ ਹੈ। 3D ਕਿਰਤੀ ਬੱਚੋ ਕੀ ਹੈ, ਇੱਕ ਤੁਹਾਨੂੰ ਕੀ ਦਿਖਾਈ ਦੇ ਰਹੀ ਹੈ, ਇੱਕ ਫੁੱਟਬਾਲ। ਤਾਂ ਫੁੱਟਬਾਲ ਕੀ ਹੁੰਦਾ ਗਾ, ਗੋਲਾ, ਠੀਕ ਹੈ, ਜਾਣੀ ਕਿ ਸਫੀਅਰ। ਤਾਂ ਕਿਹੜੀ ਕਿਤੇ ਬੱਚੋ, ਗੋਲਾ ਸਫੀਅਰ, ਠੀਕ ਹੈ ਬੱਚੋ। ਤਾਂ ਆਪਾਂ ਦੇਖਦੇ ਹਾਂ ਕਿਹੜੇ ਆਪਸ਼ਨ ਚ ਹੈ, ਆਪਸ਼ਨ ਨੰਬਰ 4 ਗੋਲਾ ਸਫੀਅਰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਬੱਚੋ ਸਾਡਾ ਅਗਲਾ ਪ੍ਰਸ਼ਨ ਹੈ, ਹੇਠਾਂ ਦਿੱਤੇ ਚਿੱਤਰ ਵਿੱਚ ਕਿਤਾਬ ਦਾ ਖੁੱਲਣਾ ਕੋਣ ਕਿਹੜੀ ਕਿਸਮ ਦਰਸਾ ਰਿਹਾ ਹੈ। ਜਾਣੀ ਬੱਚੋ ਆਹ ਕਿਤਾਬ ਖੁੱਲ ਰਹੀ ਹੈ, ਇਹ ਸਾਡੇ ਕੋਲ ਕੋਣ ਬਣ ਗਿਆ। ਇਹ ਕੋਣ ਦੀ ਕਿਹੜੀ ਕਿਸਮ ਆ। ਬੱਚੋ ਸਾਨੂੰ ਪਤਾ ਵੀ ਕੋਣ ਐ 90 ਦਾ ਹੁੰਦਾ ਗਾ, ਤੇ 90 ਤੋਂ ਕੀ ਹੈਗਾ ਘੱਟ। ਤਾਂ 90 ਤੋਂ ਘੱਟ ਕਿਹੜਾ ਕੋਣ ਹੁੰਦਾ ਗਾ, ਨਿਊਨ ਕੋਣ, ਯਾਨੀ ਕਿ ਐਕਿਊਟ ਐਂਗਲ, ਠੀਕ ਹੈ ਬੱਚਿਓ। ਤਾਂ ਆਪਾਂ ਦੇਖਦੇ ਹਾਂ ਵੀ ਕਿਹੜੇ ਆਪਸ਼ਨ ਦੇ ਵਿੱਚ ਸੀਗਾ ਇਹ ਉੱਤਰ। ਇਹ ਸਾਡੇ ਕੋਲ ਆਪਸ਼ਨ ਨੰਬਰ 2, ਆਪਸ਼ਨ ਨੰਬਰ 2 ਨਿਊਨ ਕੋਣ ਐਕਿਊਟ ਐਂਗਲ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਬੱਚੋ ਸਾਡੇ ਕੋਲ 20ਵਾਂ ਪ੍ਰਸ਼ਨ ਹੈ, ਲਾਸਟ ਪ੍ਰਸ਼ਨ 2.58 ਮਾਈਨਸ 1.32 ਜਾਣੀ ਕਿ 2.58 ਦੇ ਵਿੱਚੋਂ 1.32 ਘਟਾਉਣਾ ਹੈ। 2.58 ਮਾਈਨਸ 1.32। ਬੱਚੋ ਸਾਨੂੰ ਪਤਾ ਵੀ ਅਸੀਂ ਦਸ਼ਮਲਵ ਦੇ ਨੀਚੇ ਦਸ਼ਮਲਵ ਰੱਖਿਆ, ਸਿੰਪਲ ਸਵਾਲ। 8 ਚੋਂ 2 ਕੱਢੇ 6, 5 ਤੋਂ 3 ਕੱਢੇ 2, 2 ਚੋਂ 1 ਕੱਢਿਆ 1, ਯਾਨੀ ਕਿ 1.26। ਤਾਂ ਬੱਚੋ ਕਿਹੜੇ ਆਪਸ਼ਨ ਚ ਆ, ਆਪਸ਼ਨ ਨੰਬਰ 4 1.26 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਤਾਂ ਬੱਚੋ ਉਮੀਦ ਆ ਤੁਹਾਨੂੰ ਆਪਣੇ ਟੈਸਟ ਦੇ ਸਹੀ ਉੱਤਰ ਪਤਾ ਲੱਗ ਗਏ ਹੋਣਗੇ, ਤੇ ਤੁਹਾਨੂੰ ਇਹਨਾਂ ਦੇ ਨੰਬਰ ਵੀ ਪਤਾ ਲੱਗ ਜਾਣਗੇ ਵੀ ਤੁਹਾਡੇ ਇਸ ਟੈਸਟ ਵਿੱਚੋਂ ਕਿੰਨੇ ਅੰਕ ਬਣਦੇ ਹਨ। ਤਾਂ ਬੱਚਿਓ ਜੇਕਰ ਤੁਸੀਂ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਤੁਹਾਡਾ ਸਭ ਦਾ ਧੰਨਵਾਦ।